ਨਵੀਂ ਚਰਚਾ ਸ਼ੁਰੂ ਹੋ ਚੁੱਕੀ ਹੈ ਪੁਰਾਣੇ ਗੱਠਜੋੜ ਦੇ ਦੁਬਾਰਾ ਨਵਾਂ ਗੱਠਜੋੜ ਬਣਨ ਵੱਲ ਔਰ ਇਸ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਮੀਟਿੰਗਾਂ ਕਰ ਰਹੇ ਨੇ, ਪਾਰਟੀ ਦੇ ਨੇਤਾਵਾਂ ਦੇ ਨਾਲ ਵਿਚਾਰ ਚਰਚਾ ਕਰ ਰਹੇ ਨੇ ਕਿ ਆਖਿਰ ਅੱਗੇ ਕਰਨਾ ਕੀ ਹੈ, ਪਾਰਟੀ ਨੇ ਫੈਸਲਾ ਕਿਸ ਤਰੀਕੇ ਨਾਲ ਲੈਣਾ ਹੈ ਔਰ ਕੀ ਆਖਰੀ ਫੈਸਲਾ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਮਹਾ ਮੰਥਨ ਚੱਲ ਰਿਹਾ ਹੈ। ਚਰਚਾਵਾਂ ਜ਼ੋਰਾਂ ਤੇ ਨੇ ਕਿ ਗੱਠਜੋੜ ਅਗਲੇ ਦਿਨਾਂ ਦੇ ਵਿੱਚ ਸਿਰੇ ਚੜ ਜਾਏਗਾ ਔਰ ਨਾ ਸਿਰਫ ਗੱਠਜੋੜ ਸਿਰੇ ਚੜੇਗਾ ਬਲਕਿ ਅਕਾਲੀ ਦਲ ਦੀ यूनियन कैबिनेट ਦੇ ਵਿੱਚ ਵੀ ਦੁਬਾਰਾ ਐਂਟਰੀ ਹੋ ਜਾਏਗੀ। ਇਹ ਚਰਚਾਵਾਂ ਬਹੁਤ ਜ਼ਿਆਦਾ ਜ਼ੋਰਾਂ ਤੇ ਨੇ। ਹਾਲਾਂਕਿ ਅਕਾਲੀ ਲੀਡਰ ਸਾਹਮਣੇ ਆ ਕੇ ਕੁਝ ਵੀ ਬੋਲਣ ਤੋਂ ਸਿੱਧੇ ਤੌਰ ਤੇ ਕਤਰਾ ਰਹੇ ਨੇ, ਪਰ ਇਸ਼ਾਰਿਆਂ ਦੇ ਵਿੱਚ ਜਾਂ ਆਫ ਦਾ ਰਿਕਾਰਡ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸੋ ਲਗਾਤਾਰ ਨਿਊਜ਼ 18 ਦੀ ਨਜ਼ਰ ਹੈ ਔਰ ਅਸੀਂ ਇਸ ਤੇ ਤੁਹਾਨੂੰ ਸਟੀਕ ਇਨਫੋਰਮੇਸ਼ਨ ਜਿਹੜੀ ਹੈ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਉਂਦੇ ਰਵਾਂਗੇ, ਦਿੰਦੇ ਰਵਾਂਗੇ। ਸਾਡੇ ਸਹਿਯੋਗੀ ਹਰ ਉਸ ਮੀਟਿੰਗ ਦਾ ਰੁਖ ਕਰਦੇ ਨੇ, ਹਰ ਉਸ ਮੀਟਿੰਗ ਬਾਰੇ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰਦੇ ਨੇ ਜੋ ਕਿਸੇ ਵੀ ਤਰੀਕੇ ਨਾਲ ਇਸ ਗੱਠਜੋੜ ਨੂੰ ਲੈ ਕੇ ਚੱਲ ਰਹੀ ਹੈ। ਸੁਰਜੀਤ ਸਿੰਘ ਰਖੜਾ ਅੱਜ ਪਹੁੰਚੇ ਸੀ, ਉਹਨਾਂ ਦੇ ਨਾਲ ਮੀਟਿੰਗ ਹੋਈ, ਹੋਰ ਬਹੁਤ ਸੀਨੀਅਰ ਆਗੂ ਪਹੁੰਚੇ ਸੀ। ਕੱਲ ਨੂੰ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੀ ਮੀਟਿੰਗ ਹੈ ਔਰ ਕੀ ਕੁਝ ਕਿਹਾ ਹੈ ਸੁਰਜੀਤ ਸਿੰਘ ਰਖੜਾ ਨੇ, ਪਹਿਲਾਂ ਇੱਕ ਵਾਰੀ ਉਹ ਸੁਣ ਲੈਂਦੇ ਆ, ਫਿਰ ਅੱਗੇ ਸਾਡੇ ਸਹਿਯੋਗੀ ਜੁੜਨਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। इश्यूज हैं जिनके ऊपर गवर्नमेंट ध्यान नहीं दे रही, उसके ऊपर पार्टी को क्या करना चाहिए वो सारी चीजें कल मैं तो क्या कि ਅਸੀਂ ਮੀਡੀਆ ਨੂੰ ਆਊਟਸੋਰਸ ਕਰ ਦਿੱਤਾ। ਜੋ ਤੁਸੀਂ ਅਸੀਂ ਵੀ ਤੁਹਾਡੀਆਂ ਖਬਰਾਂ ਰੋਜ਼ ਪੜ੍ਹੀ ਜਾਂਦੇ ਆ, ਦੇਖੀ ਜਾਂਦੇ ਆ, ਜੋ ਤੁਸੀਂ ਕਹੋਗੇ ਉਹਦੇ ਮੁਤਾਬਕ ਕਰ। ਚੀਮਾ ਸਾਹਿਬ ਇਹ ਬਤਾएं कि ਹਾਲੇ ਕਿਸੇ ਤਰ੍ਹਾਂ ਦੀ ਕੋਈ ਗੱਲ आपने ਚਲ ਸਾਡੇ ਨਾਲ ਬਾਅਦ ਤੁਸੀਂ ਚਲਾ ਰੱਖੀ ਹੈ, ਸਾਰੇ ਚੈਨਲਾਂ 'ਚ ਚਲਾ ਰੱਖੀ ਹੈ, ਅਖਬਾਰਾਂ ਦੇ ਵਿੱਚ ਚਲਾ ਰੱਖੀ ਹੈ, बाकी सारा कुछ पता लग जी तेन तो हो क्या बता मुस्कुराहट है आपकी, कुछ और बता रहे हैं। नहीं सारा कुछ ठीक है, एवरीथिंग इज वेरी स्मूथ। तो होना चाहिए, अब होना चाहिए। देखो हर कोई नुकसान तो होता ही नहीं है ना, ये चीज़ का अगर कोई कंप्रोमाइज होता है उसमें तो फायदा ही होता है, कोई नुकसान तो होता ही नहीं है। बाकी तो सर्वप्रधान से बताएंगे क्या होता है। ਤਾਂ ਚਰਚਾਵਾਂ ਜ਼ੋਰਾਂ ਤੇ ਨੇ। ਲੀਡਰ ਇਸ ਨੂੰ ਡਿਨਾਈ ਨਹੀਂ ਕਰ ਰਹੇ ਪਰ ਮੰਨ ਵੀ ਨਹੀਂ ਰਹੇ। ਵੱਖਰੇ ਤਰ੍ਹਾਂ ਦੀ ਮੁਸਕਰਾਹਟ ਜਾਂ ਵੱਖਰੇ ਤਰ੍ਹਾਂ ਦੀ ਬਾਡੀ ਲੈਂਗੁਏਜ ਜ਼ਰੂਰ ਨਜ਼ਰ ਆਉਂਦੀ ਹੈ। ਅਮਨ ਭਾਰਤਵਾਜ ਮੇਰੇ ਸਹਿਯੋਗੀ ਨਜ਼ਰ ਆ ਰਹੇ ਨੇ, ਸੈਕਟਰ 9 ਚੰਡੀਗੜ੍ਹ 'ਚ ਸੁਖਬੀਰ ਬਾਦਲ ਦੀ ਕੋਠੀ ਦੇ ਬਾਹਰ ਖੜੇ ਨੇ। ਅਮਨ, ਡਾਕਟਰ ਚੀਮਾ ਕਹਿੰਦੇ ਨੇ ਕਿ ਮੀਡੀਆ ਜਿਸ ਤਰੀਕੇ ਨਾਲ ਕਹੂਗਾ ਉਸੇ ਤਰੀਕੇ ਨਾਲ ਕਰ ਲਾਂਗੇ ਚਰਚਾਵਾਂ ਔਰ ਬੜੀ ਸਮਾਈਲਿੰਗ ਫੇਸ ਨਾਲ ਗੱਲਬਾਤ ਕਰਦੇ ਨੇ। ਸੁਰਜੀਤ ਸਿੰਘ ਰਖੜਾ ਕਹਿੰਦੇ ਨੇ ਕਿ ਸਮਝੌਤਿਆਂ ਦਾ ਫਾਇਦਾ ਹੀ ਹੁੰਦਾ ਹੈ, ਚੰਗੀ ਗੱਲ ਹੈ ਜੇ ਹੋ ਜਾਣ। ਯਾਨੀ ਚਰਚਾਵਾਂ ਤੇ ਅੰਦਰ ਖਾਤੇ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲ ਰਹੀਆਂ ਨੇ। ਬਸ ਹੁਣ ਸੁਖਬੀਰ ਬਾਦਲ ਇੱਕ ਤਰੀਕੇ ਨਾਲ ਪਾਰਟੀ ਦੇ ਵਿੱਚ ਇੱਕ ਆਮ ਸਹਿਮਤੀ ਬਣਾ ਕੇ ਅੱਗੇ ਵਧਣਾ ਚਾਹੁੰਦੇ ਨੇ, ਇਹ ਕਿਹਾ ਜਾ ਸਕਦਾ ਹੈ। क्योंकि जिन्हें जो अगवाई कर रहे हैं वो ये चाहते हैं कि ये परसैप्शन बने कि अकाली दल ने सब दी राय दे नाल ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਤੋਂ ਪੁੱਛ ਕੇ ਰਾਏ ਲੈ ਕੇ ਉਸ ਤੋਂ ਬਾਅਦ ਫੈਸਲਾ ਲਿਆ। ਔਰ ਇਹੀ ਕਾਰਨ ਹੈ ਕਿ ਕੱਲ ਵੀ ਜੋ ਜ਼ਿਲ੍ਹਿਆਂ ਦੇ ਜਥੇਦਾਰ ਪ੍ਰਧਾਨ ਯਾਨੀ ਕਿ ਔਰ ਹਲਕਾ ਇੰਚਾਰਜ ਬੁਲਾਏ ਹੋਏ ਨੇ ਉਹਨਾਂ ਦੇ ਨਾਲ ਵੀ ਇਹ ਰਾਏ ਜਿਹੜੀ ਹੈ ਰਾਏ ਮਸ਼ਵਰਾ ਕੀਤਾ ਜਾਏਗਾ। ਔਰ ਜਿਹੜੇ ਅੱਜ ਲੀਡਰ ਪਹੁੰਚੇ ਨੇ, ਇੱਕ ਵਾਰ ਤਸਵੀਰਾਂ ਵੀ ਵਿਜੇ ਨਾਲ ਦੀ ਨਾਲ ਵਿਖਾ ਦਿੰਦੇ ਆ ਕਿ ਇਹ ਸੈਕਟਰ 9 ਦਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਘਰ ਹੈ, ਜਿੱਥੇ ਕਿ ਇਸ ਵੇਲੇ ਵੀ ਵਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰਖੜਾ, ਉਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂ ਮਾਜਰਾ, ਜਿੰਨੀ ਕੋਰ ਟੀਮ ਹੈ ਅਕਾਲੀ ਦਲ ਦੀ ਉਹ ਅੰਦਰ ਮੌਜੂਦ ਹੈ। ਵਿਰਸਾ ਸਿੰਘ ਵਲਟੋਹਾ ਔਰ ਜਿੰਨੇ ਲੀਡਰਸ ਨੇ ਕੋਰ ਟੀਮ ਦੇ, ਪੁਰਾਣੇ ਲੀਡਰ ਨੇ ਅਕਾਲੀ ਦਲ ਦੇ ਸਾਥੀ ਨੇ, ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਨੇ ਪੁਰਾਣਾ ਅਕਾਲੀ ਦਲ ਜਿਹੜਾ ਹੈ ਜੋ ਪ੍ਰਕਾਸ਼ ਸਿੰਘ ਬਾਦਲ ਜਿਸ ਵੇਲੇ ਸੀਐਮ ਸੀਗੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕੰਮ ਕੀਤਾ, ਤਾਂ ਉਹ ਅੰਦਰ ਮੀਟਿੰਗ ਕਰ ਰਹੇ ਨੇ। ਔਰ ਖਾਸ ਕਰਕੇ ਪ੍ਰਾਇੋਰਟੀ ਤੇ ਚਰਚਾ ਇਹ ਹੈ ਕਿ ਅਕਾਲੀ ਦਲ ਦੇ ਜਿਹੜੇ ਇਸ਼ੂਜ਼ ਨੇ ਪਿਛਲੇ ਦਿਨਾਂ 'ਚ ਜਦੋਂ ਸੁਖਬੀਰ ਸਿੰਘ ਬਾਦਲ ਇੱਥੇ ਮੌਜੂਦ ਨਹੀਂ ਸੀਗੇ, ਕਿਹੜੇ ਇਸ਼ੂਜ਼ ਨੇ, ਔਰ ਨਾਲ ਹੀ ਪੰਜਾਬ ਨੂੰ ਲੈ ਕੇ, ਨਾਲ ਹੀ ਸਭ ਤੋਂ ਪ੍ਰਾਇੋਰਟੀ ਤੇ ਜੋ ਗੱਠਜੋੜ ਨੂੰ ਲੈ ਕੇ ਚਰਚਾ ਹੈ ਉਸ ਬਾਬਤ। ਕਿਉਂਕਿ ਕਾਰਨ ਵਿਜੇ ਇਸ ਦੇ ਪਿੱਛੇ ਇਹ ਹੈ ਕਿ ਬੀਜੇਪੀ ਵੱਲੋਂ ਜਿਨ੍ਹਾਂ ਪਾਰਟੀਆਂ 'ਚ ਪੰਜਾਬ ਹੀ ਨਹੀਂ ਬਾਕੀ ਪੂਰੇ ਪੈਨ ਇੰਡੀਆ ਜਿਨ੍ਹਾਂ ਪਾਰਟੀਆਂ ਦੇ ਨਾਲ ਅਲਾਈਅੰਸ ਸੀਗਾ ਉਹਨਾਂ ਦੇ ਨਾਲ ਇੱਕ ਅਪਰੋਚ ਕਰਨ ਦੀ ਕੋਸ਼ਿਸ਼ ਹੈ। ਐਮਪੀਜ਼ ਅਤੇ ਬਾਕੀ ਸੀਨੀਅਰ ਲੀਡਰ ਜਿਹੜੇ ਨੇ ਬੀਜੇਪੀ ਦੇ, ਉਹਨਾਂ ਦੇ ਨਾਲ ਮੀਟਿੰਗ ਕਰਕੇ ਬੀਜੇਪੀ ਨੇ ਕੋਸ਼ਿਸ਼ ਕੀਤੀ ਹੈ
ਕਿ ਜਿੱਥੇ ਜਿੱਥੇ ਸੈਟਬੈਕ ਲੱਗਿਆ, ਚਾਹੇ ਕਰਨਾਟਕਾ ਹੈ, ਹੋਰ ਜਿੱਥੇ ਵੀ, ਹਿਮਾਚਲ 'ਚ ਤੁਸੀਂ ਦੇਖੋ, ਫਿਰ ਪੰਜਾਬ 'ਚ ਜਿੱਥੇ ਜਿੱਥੇ ਗ੍ਰਾਫ ਬੀਜੇਪੀ ਦਾ ਪਹਿਲਾਂ ਨਾਲੋਂ ਹੇਠਾਂ ਆਇਆ ਹੈ, ਤਾਂ ਇਸ ਕਰਕੇ ਬੀਜੇਪੀ ਨੇ ਮਾਈਂਡ ਬਣਾਇਆ ਹੈ ਕਿ ਜਿੱਥੇ ਜਿੱਥੇ ਅਲਾਈਅੰਸ ਸੀਗਾ ਉੱਥੇ ਉੱਥੇ ਦੁਬਾਰਾ ਅਪਰੋਚ ਕੀਤੀ ਜਾਏ, ਔਰ ਅਕਾਲੀ ਦਲ ਵੀ ਉਸੇ ਅਪਰੋਚ ਦਾ ਇੱਕ ਹਿੱਸਾ ਹੈ, ਤਾਂ ਜੋ ਇੱਥੇ ਅੱਜ ਸੀਨੀਅਰ ਲੀਡਰ ਜਿਹੜੇ ਨੇ ਉਹਨਾਂ ਦੇ ਨਾਲ ਰਾਏ ਚਰਚਾ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਔਰ ਹਲੇ ਵੀ ਕਿਉਂਕਿ 3 ਵਜੇ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਈ ਸੀ, ਇਸ ਵੇਲੇ 6 ਵੱਜ ਚੁੱਕੇ ਨੇ ਔਰ ਪਿਛਲੇ 3 ਘੰਟੇ ਤੋਂ ਇਹ ਮੀਟਿੰਗ ਜਿਹੜੀ ਹੈ ਉਹ ਜਾਰੀ ਹੈ। ਪ੍ਰਾਇੋਰਟੀ ਤੇ ਚਰਚਾ ਇਹੀ ਹੈ ਕਿ क्या बीजेपी, क्योंकि बीजेपी ਦੇ ਹੁਣ ਪ੍ਰਧਾਨ ਬਦਲੇ ਨੇ, ਜੋ ਪਿੰਡਾਂ 'ਚ ਅਪਰੋਚ ਦੀ ਗੱਲ ਹੈ, ਜੋ बीजेपी ਦਾ ਇੱਕ ਪਹਿਲਾਂ ਨਾਲੋਂ ਵੱਧਦਾ ਗ੍ਰਾਫ ਹੈ ਅਕਾਲੀ ਦਲ ਤੋਂ ਅੱਡ ਹੋ ਕੇ ਵੀ, ਤਾਂ ਕਿਆ ਉਸ ਦੀ ਐਡਵਾਂਟੇਜ ਦੋਨਾਂ ਪਾਰਟੀਆਂ ਨੂੰ ਮਿਲ ਸਕਦੀ ਹੈ, ਇਸ ਤੇ ਚਰਚਾ ਹੈਗੀ। ਔਰ ਨਾਲ ਹੀ ਇਹ ਵੀ ਹੈ ਕਿ ਜਿਵੇਂ ਜਲੰਧਰ ਰਿਜ਼ਲਟ ਆਇਆ ਉਸ ਵੇਲੇ ਅਕਾਲੀ ਦਲ ਦਾ ਸਭ ਤੋਂ ਪਹਿਲਾ ਐਨਾਲਿਸਿਸ ਇਹ ਸੀਗਾ ਕਿ बीजेपी ਅਤੇ ਅਕਾਲੀ ਦਲ ਦਾ ਵੋਟ ਬੈਂਕ ਕਿੰਨਾ ਰਿਹਾ ਹੈ ਦੋਨਾਂ ਦਾ ਅਲੱਗ-ਅਲੱਗ, ਤਾਂ ਉਸ ਪਿਛਲੇ ਰਿਜ਼ਲਟਸ ਤੇ ਜਿਹੜਾ ਹੈ ਇੱਕ ਚਰਚਾ ਉਸ ਤੇ ਵੀ ਹੈ। ਔਰ ਨਾਲ ਹੀ ਗੱਠਜੋੜ ਤੋਂ ਬਾਅਦ ਕੰਡੀਸ਼ਨ ਕੀ ਹੈ, किस तरीके का, क्योंकि पहला जो अकाली दल ने बीजेपी की रहनुमाई दे हेठ या गठजोड़ दे हेठ जो एक सेटबैक एक चीज है, ਇਸ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਡਿਸਕਸ ਕਰਨੀ ਬੜੀ ਜ਼ਰੂਰੀ ਹੈ ਕਿ ਡਾਕਟਰ ਚੀਮਾ ਟਵੀਟ ਕਰਦੇ ਨੇ ਕਿ ਸਾਰੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ, ਹਲਕਾ ਇੰਚਾਰਜ ਨੇ, ਉਹਨਾਂ ਦੀ ਮੀਟਿੰਗ ਰੱਖਣੀ ਹੈ ਅਗਲੀ ਰਣਨੀਤੀ ਦੇ ਲਈ। ਅਗਲੀ ਰਣਨੀਤੀ ਦਾ ਤਾਂ ਮਤਲਬ ਇਹ ਹੈ ਕਿ ਪਾਰਟੀ ਨੇ ਹੁਣ ਅਗਲੀ ਕਿਸ ਤਰੀਕੇ ਨਾਲ ਰਣਨੀਤੀ ਬਣਾਉਣੀ ਹੈ, ਕਿਹਦੇ ਨਾਲ ਮਿਲ ਕੇ ਚੱਲਣਾ ਹੈ, ਨੰਬਰ 1। ਨੰਬਰ 2, ਜਦੋਂ ਕਿਸੇ ਆਪਾਂ ਗੱਲ ਕਰਦੇ ਹਾਂ ਕਿ ਜੀ ਅਕਾਲੀ ਬੀਜੇਪੀ ਗੱਠਜੋੜ ਹੋ ਰਿਹਾ ਹੈ, ਤਾਂ ਸਭ ਤੋਂ ਅਗਲਾ ਸਵਾਲ ਇਹ ਹੁੰਦਾ ਹੈ, ਨੈਕਸਟ ਕੁਐਸਚਨ, ਕਿ ਜੇ ਗੱਠਜੋੜ ਹੁੰਦਾ ਤਾਂ ਫਿਰ ਸੀਟਾਂ ਦਾ, ਸੀਟ ਸ਼ੇਅਰਿੰਗ ਨੂੰ ਲੈ ਕੇ ਕੀ ਫਾਰਮੂਲਾ ਤਿਆਰ ਹੋਏਗਾ। ਸੋ ਕੀ ਇਹੋ ਜਿਹੀਆਂ ਕੁਝ ਸੋਰਸਿਸ ਤੋਂ ਪਤਾ ਚੱਲਿਆ ਕਿ ਸੀਟ ਫਾਰਮੂਲੇ ਨੂੰ ਲੈ ਕੇ ਅਕਾਲੀ ਦਲ ਸਹਿਮਤ ਹੈ ਜੇ ਕੱਲ ਨੂੰ ਬੀਜੇਪੀ ਦੀਆਂ ਸੀਟਾਂ ਵੱਧਦੀਆਂ ਨੇ ਕੁਝ? विजय उसी चीज ते चर्चा ਲਈ ਇਹ ਸੀਨੀਅਰ ਲੀਡਰਾਂ ਨੂੰ ਬੁਲਾਇਆ, ਕਿਉਂਕਿ ਜਿਹੜੇ ਅੰਦਰ ਲੀਡਰ ਮੌਜੂਦ ਨੇ ਇਸ ਬੈਠਕ 'ਚ ਜਿਨ੍ਹਾਂ ਦਾ ਅਸੀਂ ਨਾਂ ਜ਼ਿਕਰ ਕੀਤਾ, ਉਹਨਾਂ ਦੇ ਨਾਲ ਆਫ ਰਿਕਾਰਡ ਗੱਲ ਹੋਈ ਹੈ। ਹਾਲਾਂਕਿ ਅਸੀਂ ਉਹਨਾਂ ਦਾ ਨਾਮ ਨਹੀਂ ਜ਼ਿਕਰ ਕਰ ਸਕਦੇ, ਪਰ ਉਹਨਾਂ ਨੇ ਮੀਟਿੰਗ ਬਾਬਤ ਦੱਸਿਆ ਜ਼ਰੂਰ ਹੈ ਕਿ ਇੱਕ ਤਾਂ ਗੱਠਜੋੜ ਬਾਬਤ ਇਹ ਸੁਖਬੀਰ ਸਿੰਘ ਬਾਦਲ ਵੱਲੋਂ ਮੀਟਿੰਗ ਬੁਲਾਈ ਗਈ ਹੈ ਜੋ ਲੀਡਰ ਅੰਦਰ ਮੌਜੂਦ ਨੇ। ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਨਾਲ ਹੀ ਲੋਕ ਸਭਾ ਸਭ ਤੋਂ ਪਹਿਲਾਂ ਹੈ 6 ਮਹੀਨੇ ਤੱਕ ਲੋਕ ਸਭਾ ਪੰਜਾਬ 'ਚ ਹੋਣੀ ਹੈ, ਤਾਂ ਕਿਆ ਸੀਟ ਸ਼ੇਅਰਿੰਗ ਕਿਆ ਰਹੀ, ਜੋ ਜਿਸ ਚੀਜ਼ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਕਿਆ ਕਿਉਂਕਿ ਇੱਕ 8 ਤੇ 5 ਦਾ ਫਾਰਮੂਲਾ ਸੀਗਾ ਕਿ 5 ਤੇ ਬੀਜੇਪੀ, 8 ਤੇ ਅਕਾਲੀ ਦਲ, ਔਰ ਇਹ ਵੀ ਸੀਗਾ ਕਿ ਇਨਕਲੂਡਿੰਗ ਚੰਡੀਗੜ੍ਹ 7-7 ਦਾ ਰੇਸ਼ੋ ਬਣਾਇਆ ਜਾਵੇ ਜਾਂ ਫਿਰ ਪਿਛਲੀ ਵਾਰ ਤੋਂ ਜ਼ਿਆਦਾ, ਕਿਉਂਕਿ ਬੀਜੇਪੀ ਜਿਹੜੀ ਹੈ ਉਹ ਸਪੇਸ ਭਾਲ ਰਹੀ ਹੈ, ਕਿਉਂਕਿ ਵੋਟ ਸ਼ੇਅਰ ਵਧਿਆ ਹੈ। ਬੀਜੇਪੀ ਨੇ ਔਰ ਅਕਾਲੀ ਦਲ ਨੇ ਕੱਲਿਆਂ ਇੱਕ ਦੂਜੇ ਨੂੰ ਕਮੀ ਜ਼ਰੂਰ ਮਹਿਸੂਸ ਕੀਤੀ ਹੈ, ਤਾਂ ਆਪਣਾ ਸਪੇਸ ਅਲੱਗ-ਅਲੱਗ ਤਰੀਕੇ ਦੇ ਨਾਲ ਅਕਾਲੀ ਦਲ ਜੇ ਯੂਨੀਅਨ ਮਿਨਿਸਟਰੀ 'ਚ ਜਾਂਦਾ ਹੈ ਤਾਂ ਉੱਥੇ ਅਕਾਲੀ ਦਲ ਨੂੰ ਸਪੇਸ ਮਿਲਦਾ ਹੈ, ਬੀਜੇਪੀ ਇੱਥੇ ਜੇ ਆਪਣਾ ਸੀਟ ਸ਼ੇਅਰ ਵਧਾਉਂਦੀ ਹੈ ਤਾਂ ਇੱਥੇ ਬੀਜੇਪੀ ਨੂੰ ਗਰਾਊਂਡ ਤੇ ਸਪੇਸ ਮਿਲਦਾ ਹੈ। ਤਾਂ ਇਸ ਤਰੀਕੇ ਦੀ ਡਿਸਕਸ਼ਨਸ ਲਈ ਇਹ ਸੀਨੀਅਰ ਲੀਡਰਸ ਨੂੰ ਬੁਲਾਇਆ ਗਿਆ ਕਿ ਕਿਆ ਜੋ 23 ਅਤੇ ਪਹਿਲਾਂ 117 ਚੋਂ ਫਾਰਮੂਲਾ ਸੀ ਉਸ ਤੇ ਬੀਜੇਪੀ ਇੱਕ ਤਾਂ ਵਧੇਗੀ, ਇਹ ਇੰਨਾ ਤੈਅ ਹੈ। ਦੂਜਾ ਹੈ ਕਿ ਲੋਕ ਸਭਾ ਸੀਟਾਂ ਤੇ ਵੀ ਜਿਹੜਾ ਸੀਟ ਸ਼ੇਅਰ ਹੈ ਉਹ ਬੀਜੇਪੀ ਦਾ ਪਹਿਲਾਂ ਨਾਲੋਂ ਵੱਧ ਸਕਦਾ ਹੈ। ਔਰ ਤੀਜੀ ਕੰਡੀਸ਼ਨ ਜੋ ਆਫਰ ਵੀ ਹੋਈ, ਜੋ ਚਰਚਾਵਾਂ ਨੇ ਕਿ ਸੁਖਬੀਰ ਬਾਦਲ ਉਹਨਾਂ ਨੂੰ ਯੂਨੀਅਨ ਮਿਨਿਸਟਰੀ ਆਫਰ ਹੋਈ, ਪਰ ਉਹਨਾਂ ਨੇ ਪਾਰਟੀ ਦੇ ਸਟਰਕਚਰ ਨੂੰ ਪ੍ਰਾਇੋਰਟੀ ਰੱਖੀ ਹੈ। ਇਹ ਕਿਹਾ ਹੈ ਕਿ ਹੋਰ ਕਿਸੇ ਨੂੰ ਉਹਨਾਂ ਦੇ ਪਰਿਵਾਰ ਚੋਂ, ਜਿਵੇਂ ਹਰਸਿਮਰਤ ਕੌਰ ਬਾਦਲ ਪਹਿਲਾਂ यूनियन मिनिस्टर सीगे, तो उन्हां ते विचार किया जा सकता है। और ठीक है जी, ਤਾਂ ਲਗਾਤਾਰ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ। ਲਗਾਤਾਰ ਅਸੀਂ ਦਰਸ਼ਕਾਂ ਨੂੰ ਅਪਡੇਟ ਕਰਦੇ ਰਵਾਂਗੇ ਗੱਠਜੋੜ ਨੂੰ ਲੈ ਕੇ ਕੀ ਗੱਲਬਾਤ ਚੱਲ ਰਹੀ ਹੈ, ਕਿਸ ਮੁੱਦੇ ਤੇ ਸਹਿਮਤੀ ਬਣਦੀ ਬੀਜੇਪੀ ਦੇ ਨਾਲ ਅਗਲੇ ਦਿਨਾਂ ਦੇ ਵਿੱਚ, ਕਿਉਂਕਿ ਬਹੁਤ ਰੀਸ਼ਫਲ ਜਿਹੜਾ ਉਹ ਵੀ ਬੜਾ ਨਜ਼ਦੀਕ ਹੈ। ਅਗਲੇ ਦਿਨਾਂ ਦੇ ਵਿੱਚ ਕੇਂਦਰੀ ਕੈਬਨਿਟ ਦੇ ਵਿੱਚ ਰੀਸ਼ਫਲ ਹੋਣਾ ਤੇ ਉਸ ਦੇ ਵਿੱਚ ਕਿਹੜੇ ਨਵੇਂ ਚਿਹਰੇ ਆਉਂਦੇ ਨੇ ਔਰ ਉਹਦੇ ਵਿੱਚ ਅਕਾਲੀ ਦਲ ਨੂੰ ਕੀ ਰੋਲ ਮਿਲਦਾ ਹੈ, ਇਹ ਵੀ ਬੜਾ ਅਹਿਮ ਹੈ। ਔਰ ਗੱਲ ਸਿਰਫ ਅਕਾਲੀ ਦਲ ਨੂੰ ਕੈਬਨਿਟ ਦੇ ਵਿੱਚ ਰੋਲ ਮਿਲਣ ਦੀ ਨਹੀਂ ਹੈ। ਅਕਾਲੀ ਦਲ ਦੇ ਕੁਝ ਹੋਰ ਵੀ ਮੁੱਦੇ ਨੇ ਜਿਹੜੇ ਬੀਜੇਪੀ ਦੇ ਨਾਲ, ਜਿਨ੍ਹਾਂ 'ਚ ਗੁਰਦੁਆਰਾ ਐਕਟ ਇੱਕ ਮੁੱਦਾ ਹੈ। ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਅਕਾਲੀ ਦਲ ਇਸ ਵੇਲੇ ਮਨਾਉਣ ਦੀ ਸਥਿਤੀ 'ਚ ਹੋ ਸਕਦਾ ਹੈ। ਉਸ ਸਭ ਤੇ ਵੀ ਵਿਚਾਰ ਚਰਚਾ ਜਿਹੜੀ ਹੈ ਉਹ ਇਹਨਾਂ ਬੈਠਕਾਂ 'ਚ ਚੱਲ ਰਹੀ ਹੈ।